अस्सलाम वालेकुम। बड़ा ही दिल खराश वाक़या। 1.5 साला बच्ची मुबैना ज़्यादती तो बाद कत्ल कर ਦਿੱਤੀ ਗਈ। ਬੱਚਾ ਉਹਨੂੰ ਚੀਜ਼ ਲੈਣ ਦੇ ਬਹਾਨੇ ਲੈ ਕੇ ਗਿਆ ਤੇ ਘਰ ਵਾਪਸ ਲੈ ਕੇ ਨਾ ਆਇਆ। ਇਸ ਤੋਂ ਪਹਿਲੇ ਵੀ ਮੁੰਤਹਾ ਨਾਮੀ ਬੱਚੀ ਦੇ ਨਾਲ ਰੇਪ ਕੀਤਾ ਗਿਆ ਕਿ ਉਹਦੀ ਮਾਂ ਨੇ ਉਹਨੂੰ ਚੀਜ਼ ਵਾਸਤੇ ਪੈਸੇ ਦਿੱਤੇ। ਉਹ ਬੱਚੀ ਚੀਜ਼ ਲੈਣ ਗਈ ਦੁਕਾਨ ਤੇ ਦੁਕਾਨਦਾਰ ਦੀ ਨੀਅਤ ਖਰਾਬ ਹੋ ਗਈ ਤੇ ਉਹਨੇ ਉਹਦੇ ਨਾਲ ਵੀ ਇਸ ਤਰ੍ਹਾਂ ਜਿਨਸੀ ਜ਼ਿਆਦਤੀ ਕੀਤੀ। ਇਸ ਤੋਂ ਪਹਿਲੇ ਵੀ ਜ਼ੈਨਬ ਕੇਸ ਹੋ ਚੁੱਕਿਆ। ਇਸ ਤੋਂ ਇਲਾਵਾ ਵੀ ਔਰ ਕਈ ਐਸੀਆਂ ਵੀਡੀਓ ਆਉਂਦੀਆਂ ਨੇ ਬੱਚੀਆਂ ਦੇ ਨਾਲ ਜਿਨਸੀ ਜ਼ਿਆਦਤੀਆਂ ਦੀਆਂ ਜਾਂ ਬੱਚਿਆਂ ਦੇ ਨਾਲ ਜਿਨਸੀ ਜ਼ਿਆਦਤੀਆਂ ਦੀਆਂ ਕਿ ਛੋਟੇ ਬੱਚਿਆਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਬੱਚੀਆਂ ਦੇ ਨਾਲ ਰੇਪ ਕੀਤਾ ਜਾਂਦਾ ਹੈ। ਇਹ ਵੀਡੀਓ ਮੈਂ ਵੇਖੀ ਤੇ ਯਕੀਨ ਕਰੋ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ਕਿ 1.5 ਸਾਲਾ ਬੱਚੀ ਕਿੱਡੀ ਕੁ ਬੱਚੀ ਹੁੰਦੀ ਹੈ। ਐਡੀਆਂ ਬੱਚੀਆਂ ਤੇ ਫੀਡਰ ਪੀ ਰਹੀਆਂ ਹੁੰਦੀਆਂ ਨੇ। ਕਦੀ ਐਡੀਆਂ ਬੱਚੀਆਂ ਦੇ ਮਦਰ ਫੀਡ 'ਤੇ ਵੀ ਲੱਗੀਆਂ ਹੁੰਦੀਆਂ ਨੇ ਅਤੇ ਏਡੀ ਕੁ ਬੱਚੀ ਨੂੰ ਕੀ ਸਮਝ ਹੋਏਗੀ ਜਿਹਨੂੰ ਮੈਂ ਬਹਾਨੇ ਸਿਰ ਲੈ ਕੇ ਗਿਆ ਚੀਜ਼ ਲੈਣ ਦੇ ਬਹਾਨੇ। ਯਾਨੀ ਕਿ ਹੁਣ ਤਾਂ ਦੌਰ ਰਹਿ ਹੀ ਨਹੀਂ ਗਿਆ ਆਪਣੀ ਬੱਚੀ ਤੋਂ ਇਲਾਵਾ ਜਿਹੜਾ ਨਾ ਕਿਸੇ 'ਤੇ ਯਕੀਨ ਕਰਨ ਦਾ। ਤੁਹਾਡੇ ਬੱਚੇ ਤੇ ਸਿਰਫ ਤੁਹਾਡੇ ਬੱਚੇ, ਕਿਸੇ ਦੇ ਕੁਛ ਨਹੀਂ ਲੱਗਦੇ। ਹਰ ਦੁਨੀਆ ਉਹਨਾਂ ਨੂੰ ਨਾ ਹਵਸ ਦੀ ਨਿਗਾਹ ਨਾਲ ਵੇਖਦੀ ਹੈ। ਅਸੀਂ ਕਹਿੰਦੇ ਹਾਂ ਬੱਚੇ ਨੂੰ ਬੈਡ ਟੱਚ ਦਾ, ਕੋਈ ਗੁੱਡ ਟੱਚ ਦਾ ਦੱਸੋ ਕਿ ਬੁਰਾ ਟੱਚ ਤੁਹਾਨੂੰ ਕੀ ਹੈ, ਅਤੇ ਹਰ ਟੱਚ ਹੀ ਬੁਰਾ ਹੈ। ਕੋਈ ਗੁੱਡ ਟੱਚ ਨਹੀਂ ਹੁੰਦਾ, ਬੈਡ ਟੱਚ ਹੀ ਹੁੰਦਾ। ਜਿਹੜਾ ਕੋਈ ਗੈਰ ਕਰੇਗਾ ਨਾ ਉਹ ਬੈਡ ਟੱਚ ਹੀ ਹੋਵੇਗਾ, ਗੁੱਡ ਟੱਚ ਨਹੀਂ ਹੋਵੇਗਾ। ਕਈ ਗੱਲ 'ਤੇ ਪਿਆਰ ਕਰਨ ਵਾਸਤੇ ਹੱਥ ਲਗਾ ਦਿੰਦੇ ਨੇ, ਕਈ ਜਿਸਮ 'ਤੇ ਹੱਥ ਲਗਾ ਦਿੰਦੇ ਨੇ ਪਿਆਰ ਕਰਨ ਦੇ ਵਾਸਤੇ। ਕੋਈ ਰਿਸ਼ਤੇ 'ਤੇ ਯਕੀਨ ਰਹਿ ਹੀ ਨਹੀਂ ਗਿਆ। ਇਹ ਵੀ ਕੋਈ ਰਿਸ਼ਤੇਦਾਰ ਸੀ, ਇਹਨਾਂ ਦਾ ਬੱਚਾ ਸਾਰੀ ਬਾतें ਜਾਣਨ ਵਾਲਾ ਸੀ ਅਤੇ ਲੈ ਕੇ ਗਿਆ ਬੱਚੀ ਨੂੰ ਅਤੇ ਉੱਥੇ ਇਹਨੇ ਬੱਚੀ ਦੇ ਨਾਲ ਜ਼ਿਆਦਤੀ ਕੀਤੀ। ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਦੀ ਇੱਥੋਂ ਤੱਕ ਕਿਸ ਤਰ੍ਹਾਂ ਜਿਹੜਾ ਨਾ ਇਹ ਕੰਮ ਲਗਾ ਦਿਆ ਵੇ। ਇਸ ਕੰਮ ਦੀ ਰੋਕਥਾਮ ਵਾਸਤੇ ਕਿਤਨੀਆਂ ਆਵਾਜ਼ਾਂ ਉਠਾਈਆਂ ਜਾਂਦੀਆਂ ਨੇ, ਕਿਤਨੇ ਲੋਕ ਇਹਦੇ ਖਿਲਾਫ ਵੀਡੀਓ ਬਣਾਉਂਦੇ ਨੇ, ਲੇਕਿਨ ਉਹ ਇੱਕ ਸਾਈਡ 'ਤੇ ਰੱਖ ਦਿੱਤੀਆਂ ਜਾਂਦੀਆਂ ਨੇ। ਖੁਦਾਰਾ ਕਿਉਂ ਨਹੀਂ ਇਸ ਪਾਸੇ ਜਿਹੜੀਆਂ ਨਾ ਇਸ ਆਵਾਜ਼ਾਂ ਨੂੰ ਉਠਾਇਆ ਜਾਂਦਾ, ਕਿਉਂ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਵੇ। ਹਰ ਬੱਚੀ ਦਾ, ਹਰ ਕਤਲ ਦਾ ਜਿਹੜਾ ਨਾ ਤੁਹਾਨੂੰ ਹਿਸਾਬ ਦੇਣਾ ਪਏਗਾ। ਤੁਹਾਡੀ ਹਕੂਮਤ ਨੂੰ ਹਿਸਾਬ ਦੇਣਾ ਪਏਗਾ, ਹਕੂਮਤ ਦੇ ਹੁਕਮਰਾਨਾਂ ਨੂੰ ਹਿਸਾਬ ਦੇਣਾ ਪਏਗਾ ਜਿਹੜੇ ਇਹਨਾਂ ਦੇ ਵਰਗੇ ਕੇਸ ਵੇਖ ਕੇ ਵੀ ਅਤੇ ਇਹਨਾਂ ਦੇ ਉੱਤੇ ਕੋਈ ਐਸੀ ਕਾਰਵਾਈ ਨਹੀਂ ਕਰਦੇ, ਜਿਹੜੇ ਇਹਨਾਂ ਨੂੰ ਵੇਖ ਕੇ ਵੀ ਦੰਦਨਾਉਣ ਵਾਸਤੇ ਛੱਡ ਦਿੰਦੇ ਨੇ। ਕੋਈ ਐਸੇ ਕਵਾਨੀਨ ਇਹਨਾਂ ਦੇ ਉੱਤੇ ਲਾਗੂ ਕਰ ਦਿੱਤੇ ਜਾਣ ਕਿ ਜਿਹੜੀ ਫੌਰਨ ਇਹਨਾਂ ਨੂੰ ਜਿਹੜਾ ਨਾ ਇੱਧਰੋਂ ਅਗਰ ਇਹ ਜ਼ੁਲਮ ਕਰਨ ਅਤੇ ਇੱਧਰੋਂ ਨਾਲ ਹੀ ਇਹਨਾਂ ਦੇ ਨਾਲ ਨਾ ਇਹਨਾਂ ਦੇ ਸਿਰ ਕਲਮ ਕਰ ਦਿੱਤੇ ਜਾਣ, ਇਹਨਾਂ ਦੇ ਹੱਥ ਲਾ ਦਿੱਤੇ ਜਾਣ, ਇਹਨਾਂ ਦੇ ਉਹ ਹਿੱਸੇ ਹੀ ਲਾ ਦਿੱਤੇ ਜਾਣ ਜਿਹੜੇ ਇਹਨਾਂ ਨੂੰ ਟਿਕਣ ਨਹੀਂ ਦਿੰਦੇ, ਇਹਨਾਂ ਦੇ ਉਹ ਕੀੜੇ ਕੱਢਣ ਜਿਹੜੇ ਇਹਨਾਂ ਨੂੰ ਟਿਕਣ ਨਹੀਂ ਦਿੰਦੇ। ਇੰਨੀਆਂ ਛੋਟੀਆਂ ਉਮਰਾਂ ਦੇ ਵਿੱਚ ਇੰਨੇ ਵੱਡੇ ਕੰਮ, ਇੰਨੀਆਂ ਵੱਡੀਆਂ ਜ਼ਿਆਦਤੀਆਂ। ਇਹ ਜ਼ੁਲਮ ਨਹੀਂ ਅਤੇ ਜ਼ਿਆਦਤੀ ਨਹੀਂ ਅਤੇ ਹੋਰ ਕੀ ਹੈ। ਇਹਦੇ ਵਾਸਤੇ ਕਿਸ ਤਰ੍ਹਾਂ ਆਵਾਜ਼ ਚੁੱਕੀਏ। ਹੁਣ ਤਾਂ ਸੋਸ਼ਲ ਮੀਡੀਆ ਦਾ ਦੌਰ ਹੈ। ਕਦੀ ਉਹ ਵੀ ਦੌਰ ਹੁੰਦਾ ਸੀ ਜਦੋਂ ਐਲਾਨ ਕੀਤੇ ਜਾਂਦੇ ਸਨ ਅਤੇ ਕਈ ਜਿਹਦੇ ਘਰ ਤੱਕ ਐਲਾਨ ਦੀ ਆਵਾਜ਼ ਜਾਂਦੀ ਸੀ ਉਹਨਾਂ ਨੂੰ ਪਤਾ ਚੱਲ ਜਾਂਦਾ ਸੀ ਕਿ ਜੀ ਕੋਈ ਮਾਮਲਾ ਹੋਇਆ। ਹੁਣ ਤਾਂ ਸੋਸ਼ਲ ਮੀਡੀਆ ਗਲੀ ਮੁਹੱਲੇ ਘਰ ਸ਼ਹਿਰ ਮੁਲਕ ਜਿਹੜਾ ਵੇ ਇਹ ਤੁਹਾਡੀ ਵੀਡੀਓ ਫਿਰਦੀਆਂ ਨੇ ਅਤੇ ਹਰ ਹੁਕਮਰਾਨ ਤੱਕ ਵੀ ਪਹੁੰਚਦੀਆਂ ਹੋਣਗੀਆਂ ਅਤੇ ਦੇਖ ਕੇ ਅੱਖਾਂ ਬੰਦ ਕਰ ਲਵੋਗੇ ਨਾ ਅਤੇ ਇਹਦਾ ਹਿਸਾਬ ਤੁਹਾਨੂੰ ਇੱਥੇ ਨਹੀਂ ਅਤੇ ਉੱਤੇ ਦੇਣਾ ਪਵੇਗਾ। ਅਸੀਂ ਹਰ ਵੀਡੀਓ ਦੇ ਉੱਤੇ ਵੀਡੀਓ ਬਣਾ ਦਿੰਦੇ ਹਾਂ ਤਾਂ ਕਿ ਅਸੀਂ ਆਪਣਾ ਹੱਕ ਅਦਾ ਕਰ ਦਈਏ। ਤੁਹਾਡੇ ਤੱਕ ਅਗਰ ਆਵਾਜ਼ ਪਹੁੰਚਦੀ ਹੈ, ਤੁਸੀਂ ਨਾ ਐਕਸ਼ਨ ਲਵੋ ਅਤੇ ਇਹਦੇ ਜ਼ਿੰਮੇਦਾਰ ਹੁਣ ਤੁਸੀਂ ਹੋਵੋਗੇ। ਇਸ ਛੋਟੀ ਬੱਚੀ ਦਾ ਕੀ ਕਸੂਰ ਸੀ, ਦੁਨੀਆ ਦੇ ਆਉਣ ਦਾ ਇਹਦਾ ਕੀ ਕਸੂਰ ਸੀ। ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੇ ਦੌਰ 'ਚ ਬੱਚੀਆਂ ਨੂੰ ਜ਼ਿੰਦਾ ਦਰਗੋਰ ਕਰ ਦੇਣ ਦਾ ਇੱਕ ਰਿਵਾਜ਼ ਸੀ ਅਤੇ ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਉਸ ਰਿਵਾਜ਼ ਨੂੰ ਖ਼ਤਮ ਕੀਤਾ। ਅੱਜ ਉਹ ਦੌਰ ਫਿਰ ਰਿਪੀਟ ਹੋ ਰਿਹਾ, ਉਹ ਜਾਹਿਲਾਂ ਵਾਲਾ ਦੌਰ ਫਿਰ ਆ ਰਿਹਾ। ਹਰ ਮਾਂ ਬਾਪ ਡਰ ਗਿਆ, ਖੌਫਜ਼ਦਾ ਹੋ ਗਿਆ ਕਿ ਆਪਣੀ ਬੱਚੀਆਂ ਨੂੰ ਲੈ ਕੇ ਕਿੱਥੇ ਚਲੇ ਜਾਈਏ। ਕਿਹੜੀ ਇਹਨਾਂ ਵਾਸਤੇ ਐਸੀ ਮਹਿਫੂਜ਼ ਜਗ੍ਹਾ ਹੋਵੇ, ਕਿਹੜਾ ਐਸਾ ਇਹਨਾਂ ਵਾਸਤੇ ਇੱਕ ਮਹਿਫੂਜ਼ ਜਿਹੜਾ ਨਾ ਉਹ ਇੱਕ ਮੁਕਾਮ ਹੋਵੇ ਜਿੱਥੇ ਇਹਨਾਂ ਦੇ ਬੱਚਿਆਂ ਨੂੰ ਕੋਈ ਇਹੋ ਜਿਹੀ ਚੀਜ਼ ਨਾ ਪੈ ਜਾਵੇ।
ਤੁਸੀਂ ਕਦੀ ਦੇਖਿਆ ਕਿ ਚਿੜੀਆਂ, ਕਾਂ, ਇਹਨਾਂ ਨੂੰ ਆਪਣੀ ਔਲਾਦਾਂ ਕਿੱਡੀਆਂ ਪਸੰਦ ਹੁੰਦੀਆਂ ਨੇ, ਕਿੱਡੀਆਂ ਪਿਆਰੀਆਂ ਹੁੰਦੀਆਂ ਨੇ, ਤੇ ਕਿਆ ਇਨਸਾਨਾਂ ਨੂੰ ਨਹੀਂ ਪਿਆਰੀਆਂ? ਅੱਲਾ ਦੇ ਵਾਸਤੇ ਇਹਨਾਂ ਲੋਕਾਂ ਵਾਸਤੇ ਕੋਈ ਆਵਾਜ਼ ਚੁੱਕਿਆ ਕਰੋ, ਇਹਨਾਂ ਵਾਸਤੇ ਕੁਛ ਐਕਸ਼ਨ ਲਿਆ ਕਰੋ। ਇਹਨਾਂ ਨੂੰ ਫੌਰਨ ਜਿਹੜਾ ਨਾ ਇਹਨਾਂ ਨੂੰ ਸਜ਼ਾ ਦਾ ਜਿਹੜਾ ਨਾ ਮੁਸਤਹਿਕ ਠਹਿਰਾ ਕੇ ਤੇ ਇਹਨਾਂ ਨੂੰ ਸਜ਼ਾ ਦਿਆ ਕਰੋ। ਸਾਲੋ ਸਾਲ ਇਹਨਾਂ ਦੇ ਕੇਸ ਲਟਕਾ ਦਿੱਤੇ ਜਾਂਦੇ ਨੇ, ਨਾ ਇਹਨਾਂ ਦੇ ਉੱਤੇ ਕੋਈ ਐਕਸ਼ਨ ਲਿੱਤਾ ਜਾਂਦਾ ਹੈ ਔਰ ਨਾ ਕੋਈ ਫੌਰੀ ਐਸਾ ਲਾਹਿਕਾ ਅਮਲ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਵਰਗਿਆਂ ਨੂੰ ਵੀ ਪਤਾ ਚੱਲੇ ਕਿ ਕਿਸੇ ਦੀ ਜ਼ਿੰਦਗੀ ਖ਼ਰਾਬ ਕਰਨ ਦੇ ਨਾਲ ਇਹਨਾਂ ਦੀ ਆਪਣੀ ਜ਼ਿੰਦਗੀ ਵੀ ਖ਼ਰਾਬ ਹੋ ਗਈ ਹੈ, ਤਾਂ ਕਿ ਇਹਨਾਂ ਨੂੰ ਉਸੇ ਵਕਤ ਹੀ ਇਹਨਾਂ ਨੂੰ ਜਿਹੜਾ ਨਾ ਸਜ਼ਾ ਮਿਲੇ, ਤਾਂ ਕਿ ਇਹਨਾਂ ਨੂੰ ਵੇਖ ਕੇ ਹੋਰ ਕਈਆਂ ਦੇ ਵੀ ਕੰਨ ਖੜੇ ਹੋ ਜਾਣ ਕਿ ਇਸ ਜੁਰਮ ਵਾਲੇ ਪਾਸੇ ਨਹੀਂ ਜਾਣਾ। ਇਹ ਘੜੀ ਦੀ ਘੜੀ ਲਜ਼ਤ, ਇਹ ਘੜੀ ਦੀ ਘੜੀ ਦਾ ਜਿਹੜਾ ਨਾ ਮਜ਼ਾ ਚਸਕਾ ਲੈਣ ਵਾਸਤੇ ਕਿਸੇ ਦੀ ਪੂਰੀ ਜ਼ਿੰਦਗੀ ਤਬਾਹ ਕਰ ਦਿੰਦੇ ਨੇ। ਅਤੇ ਇਹਨਾਂ ਵਰਗਿਆਂ ਦੀ ਵੀ ਜ਼ਿੰਦਗੀ ਤਬਾਹ ਕਰੋ, ਇਹਨਾਂ ਵਰਗਿਆਂ ਨੂੰ ਵੀ ਐਸਾ ਚੌਂਕਾਂ ਦੇ ਵਿੱਚ ਲਟਕਾਓ, ਐਸਾ ਇਹਨਾਂ ਨੂੰ ਵੀ ਸਜ਼ਾ ਦਿਓ ਤਾਂ ਕਿ ਇਹਨਾਂ ਦੇ ਘਰ ਵਾਲੇ ਵੀ ਵੇਖਣ ਅਤੇ ਬਾਕੀ ਐਸੇ ਲੋਕ ਵੀ ਵੇਖਣ ਜਿਨ੍ਹਾਂ ਨੇ ਕਈਆਂ ਦੀਆਂ ਧੀਆਂ ਭੈਣਾਂ ਨੂੰ ਤਾੜ ਕੇ ਰੱਖਿਆ ਹੁੰਦਾ ਵੇ, ਨਿਸ਼ਾਨਾ ਬਣਾ ਕੇ ਰੱਖਿਆ ਹੁੰਦਾ ਜਾਂ ਆਇੰਦਾ ਨਿਸ਼ਾਨਾ ਬਣਾਉਣ ਵਾਸਤੇ ਉਹਨਾਂ ਦਾ ਅਗਰ ਇਹ ਜ਼ਹਨ ਬਣੇ ਵੀ ਅਤੇ ਇਹੋ ਜਿਹੀ ਸਜ਼ਾ ਵੇਖ ਕੇ ਨਾ ਅਤੇ ਉਹਨਾਂ ਦੇ ਵਿੱਚ ਜਿਹੜੇ ਨਾ ਉਹ ਕੀੜੇ ਠੰਡੇ ਪੈ ਜਾਣ, ਸਕੂਨ ਨਾਲ ਸੌ ਜਾਣ। ਇਹ ਸਾਰੀ ਗਲਤੀ ਯਕੀਨ ਕਰੋ ਇਹ ਮੀਡੀਆ ਚਲਾਉਣ ਦੀ ਹੈ, ਗਲਤ ਇਸਤੇਮਾਲ ਕਰਨ ਦੀ ਹੈ। ਫੋਨ ਜਿਹੜੇ ਨੇ ਉਹ ਲੈ ਕੇ ਬੱਚੇ ਘਰਾਂ 'ਚੋਂ ਬਾਹਰ ਜਾ ਕੇ ਚੌਂਕਾਂ 'ਚ ਬਹਿ ਚੜ੍ਹਦੇ ਨੇ, ਰਾਤਾਂ ਦੀ ਰਾਤ ਜਾਗਦੇ ਰਹਿੰਦੇ ਨੇ। ਮਾਂ ਪਿਓ ਕਹਿੰਦੇ ਨੇ ਚਲੋ ਬੱਚਿਆਂ ਨੇ ਫੋਨ ਹੀ ਪੜ੍ਹਿਆ ਨਾ, ਕੋਈ ਗੱਲ ਨਹੀਂ। ਹੁਣ ਮਾਵਾਂ ਵੀ ਨਾ ਘੜੀ ਕੁ ਬੱਚਾ ਰੋਂਦਾ ਅਤੇ ਨਾਲ ਹੀ ਉਹਨੂੰ ਫੋਨ ਫੜਾ ਦਿੰਦੀਆਂ ਨੇ। ਉਹ ਮਾਵਾਂ ਜ਼ਾਹਰੀ ਬਾਤ 'ਤੇ ਮਜਬੂਰ ਨੇ ਇਸ ਕਰਕੇ ਕਿ ਬੱਚੇ ਨੂੰ ਬਾਹਰ ਕਿੱਥੇ ਕੱਢਣਾ ਵੇ। ਬੱਚੇ ਘਰਾਂ ਦੇ ਵਿੱਚ ਚਲੋ ਮੋਬਾਈਲ ਦੇ ਆਰੇ ਲੱਗੇ ਰਹਿਣਗੇ ਅਤੇ ਘਰ 'ਚ ਤਾਂ ਰਹਿਣਗੇ, ਲੇਕਿਨ ਘਰ ਤੋਂ ਬਾਹਰ ਜਿਹੜੇ ਛਿਕਰੇ, ਜਿਹੜੇ ਜਾਨਵਰ, ਜਿਹੜੇ ਦਰਿੰਦੇ ਫਿਰਦੇ ਪਏ ਨੇ, ਉਹ ਜਿਹਨਾਂ ਨੇ ਵੀਡੀਓ ਵੇਖੀਆਂ ਹੁੰਦੀਆਂ ਨੇ ਉਹਨਾਂ ਨੂੰ ਫਿਰ ਹੁੰਦਾ ਕਿ ਕੋਈ ਵੱਡੀ ਮਿਲ ਜਾਏ, ਛੋਟੀ ਮਿਲ ਜਾਏ, ਜਿਹੜੀ ਵੀ ਮਿਲ ਜਾਏ ਉਹ ਆਪਣਾ ਕੰਮ ਜਿਹੜਾ ਨਾ ਪੂਰਾ ਕਰਨ। ਲੇਕਿਨ ਇਹੋ ਜਿਹੇ ਦੰਦਨਾਉਂਦੇ ਨੇ ਜਿਹੜੇ ਦਰਿੰਦੇ ਨੇ ਨਾ, ਜਿਹੜੇ ਦੰਦਨਾ ਰਹੇ ਨੇ, ਇਹਨਾਂ ਨੂੰ ਤਾਂ ਐਸੀ ਸਜ਼ਾ ਦਿਓ ਤਾਂ ਕਿ ਯਕੀਨ ਕਰੋ, ਮੈਂ ਕਹਿੰਦੀ ਹਾਂ ਮੀਡੀਆ ਦੇ ਉੱਤੇ ਐਸੀਆਂ ਵੀਡੀਓ ਭੇਜਿਆ ਕਰੋ ਪਤਾ ਚੱਲੇ ਕਿ ਇਹਨਾਂ ਨੂੰ ਸਜ਼ਾ ਮਿਲੀ ਹੈ। ਇਹਨਾਂ ਦੇ ਚਿਹਰੇ ਬੇਨਕਾਬ ਕਰੋ, ਇਹਨਾਂ ਨੂੰ ਸਜ਼ਾ ਦਿਓ ਤਾਂ ਕਿ ਉਹਨਾਂ ਮਾਂ ਪਿਓ ਨੂੰ ਠੰਡ ਪਵੇ, ਉਹਨਾਂ ਮਾਂ ਪਿਓ ਨੂੰ ਸਕੂਨ ਆਵੇ ਜਿਨ੍ਹਾਂ ਦੇ ਬੱਚੇ ਇਹਨਾਂ ਦੇ ਹੱਥੋਂ ਜਿਹੜੇ ਨੇ ਉਹ ਨਿੱਕੀਆਂ ਮਾਸੂਮ ਕਲੀਆਂ ਜਿਹੜੀਆਂ ਨੇ ਹਾਲੇ ਜਿਨ੍ਹਾਂ ਨੇ ਦੁਨੀਆ 'ਤੇ ਆ ਕੇ ਵੇਖਿਆ ਕੀ ਸੀ, ਇਹਨਾਂ ਨੇ ਉਹਨਾਂ ਨੂੰ ਮਸਲ ਕੇ ਰੱਖ ਦਿੱਤਾ, ਇਹਨਾਂ ਨੇ ਆ ਕੇ ਉਹਨਾਂ ਦੀਆਂ ਜ਼ਿੰਦਗੀਆਂ ਖ਼ਰਾਬ ਕਰਤੀਆਂ। 17 ਸਾਲ ਇਸ ਬੱਚੇ ਦੀ ਉਮਰ ਦੱਸੀ ਜਾਂਦੀ ਹੈ ਅਤੇ ਦੱਸਿਆ ਜਾਂਦਾ ਕਿ ਇਹਨਾਂ ਦਾ ਬੜਾ ਕਰੀਬੀ ਕੋਈ ਰਿਸ਼ਤੇਦਾਰ ਸੀ, ਨਾ ਇਹਦਾ ਮਾਂ ਸੀ ਨਾ ਇਹਦਾ ਪਿਓ ਸੀ, ਇਹ ਆਪਣੀ ਨਾਨੀ ਕੋਲ ਰਹਿੰਦਾ ਸੀ। ਇਹਨਾਂ ਦਾ ਰਿਸ਼ਤੇਦਾਰ ਹੋਣ ਦੀ ਵਜ੍ਹਾ ਤੋਂ ਉਹ ਇਹਨਾਂ ਦੇ ਘਰ ਵੀ ਆ ਜਾਂਦਾ ਸੀ। ਬੱਚੀ ਨੂੰ ਹੁਣ ਕਿਸ ਨੀਅਤ ਨਾਲ ਇਹ ਲੈ ਕੇ ਜਾਂਦਾ ਸੀ, ਆਪਣੇ ਨਾਲ ਅਟੈਚ ਕਰਦਾ ਪਿਆ ਸੀ, ਹੁਣ ਚੀਜ਼ ਲੈਣ ਦੇ ਬਹਾਨੇ ਲੈ ਕੇ ਗਿਆ ਅਤੇ ਦਰਿੰਦੇ ਨੇ ਆਪਣੀ ਹਵਸ ਪੂਰੀ ਕੀਤੀ। ਜਦੋਂ ਬੱਚੀ ਨੂੰ ਲਿਆ ਕੇ ਉਹਨੇ ਘਰ ਛੱਡ ਦਿੱਤਾ ਅਤੇ ਆਪ ਉਸ ਘਰ 'ਚੋਂ ਨੱਸ ਗਿਆ ਅਤੇ ਬੱਚੀ ਨੂੰ ਉਲਟੀਆਂ ਆਉਣ ਲੱਗ ਪਈਆਂ, ਬੱਚੀ ਦੀ ਤਬੀਅਤ ਖ਼ਰਾਬ ਹੋਣ ਲੱਗ ਪਈ। ਮਾਂ ਨੂੰ ਇਹੀ ਪਤਾ ਲੱਗਾ ਕਿ ਸ਼ਾਇਦ ਪਤਾ ਨਹੀਂ ਕੋਈ ਯਾਨੀ ਕਿ ਹੁੰਦਾ ਨਾ ਬੱਚਿਆਂ ਨੂੰ ਮੌਸਮੀ ਕੋਈ ਤਬੀਅਤ ਖ਼ਰਾਬ ਹੋ ਗਈ ਹੈ, ਘਰੋਂ ਕੋਈ ਉਹਨੇ ਮੈਡੀਸਨ ਵਗੈਰਾ ਦਿੱਤੀ ਲੇਕਿਨ ਤਬੀਅਤ ਨਾ ਸਹੀ ਹੋਈ। ਜਦੋਂ ਬੱਚੀ ਦੇ ਹੋਂਠ ਨੀਲੇ ਪੀਲੇ ਹੋਣ ਲੱਗੇ ਅਤੇ ਮਾਂ ਨੂੰ ਬਹੁਤੀ ਤਸ਼ਵੀਸ਼ ਹੋਣ ਲੱਗੀ। ਮਾਂ ਨੇ ਕਿਹਾ ਕਿ ਇਹਨੂੰ ਕਿਉਂ ਨਾ ਮੈਂ ਡਾਕਟਰ 'ਤੇ ਲੈ ਕੇ ਜਾਵਾਂ। ਜਦੋਂ ਉਹ ਡਾਕਟਰ 'ਤੇ ਲੈ ਕੇ ਗਈ ਅਤੇ ਉਹਦਾ ਪੈਂਪਰ ਖੋਲ੍ਹਿਆ ਅਤੇ ਪਤਾ ਚੱਲਿਆ ਕਿ ਇਹਦੇ ਨਾਲ ਤਾਂ ਜ਼ਿਆਦਤੀ ਕੀਤੀ ਗਈ ਹੈ। ਇਸ ਨਖੁੱਟੇ ਮਰ ਜਾਣ ਜੋਗੇ ਨੂੰ ਇਹ ਨਾ ਪਤਾ ਚੱਲਿਆ ਕਿ ਮੈਂ ਕਰਨ ਕੀ ਲੱਗਾ ਵਾਂ। 1.5 ਸਾਲ ਦੀ ਬੱਚੀ ਤੇ ਐਡਾ ਵੱਡਾ ਜ਼ੁਲਮ, ਇਸ ਨੂੰ ਚੌਂਕ ਦੇ ਵਿੱਚ ਖਿਲਾਰ ਕੇ ਬੱਚਾ ਨਾ ਸਮਝਿਆ ਜਾਵੇ। ਜਿਹਨੂੰ ਇਸ ਕੰਮ ਦਾ ਪੂਰਾ ਪਤਾ ਸੀ ਉਹ ਬੱਚਾ ਕਿੱਥੋਂ ਰਹਿ ਗਿਆ। ਇਹਨੂੰ ਸਜ਼ਾ ਵਾਰ ਦਿਓ, ਇਹਨੂੰ ਐਸੀ ਸਜ਼ਾ ਸੁਣਾਓ ਕਿ ਲੋਕਾਂ ਦੇ ਦਿਲਾਂ ਨੂੰ ਵੀ ਠੰਡ ਪੈ ਜਾਵੇ ਅਤੇ ਉਹਦੇ ਮਾਂ ਪਿਓ ਨੂੰ ਵੀ ਸਕੂਨ ਮਿਲੇ। ਮਾਂ ਪਿਓ ਨੂੰ ਤਾਂ ਖੈਰ ਸਕੂਨ ਨਹੀਂ ਮਿਲੇਗਾ ਕਿਉਂਕਿ ਉਹਨਾਂ ਦੇ ਘਰ ਦਾ ਇੱਕ ਜੀਅ ਚਲਾ ਗਿਆ। ਮਾਂ ਦਾ ਰੋ ਰੋ ਬੁਰਾ ਹਾਲ ਹੈ, ਮਾਂ ਉਹਦੇ ਕੱਪੜੇ ਫੜ ਫੜ ਕੇ ਰੋਂਦੀ ਏ, ਵਿਲਕਦੀ ਪਈ ਏ, ਦੁਹਾਈਆਂ ਦੇਂਦੀ ਏ, ਕੌਣ ਉਹਦੀਆਂ ਦੁਹਾਈਆਂ ਸੁਣਦਾ ਪਿਆ। ਇਹ ਵੇਖੋ ਉਹਦੀ ਕਿੱਡੀ ਬੁਰੀ ਹਾਲਤ ਏ। वो मेरी इकलौती बेटी थी। ये देखो ना सारा घर ऐसे ही पड़ा हुआ है, कोई भी नहीं है मेरे पास। मैं अकेली यहाँ रहती थी ना, उसके पापा ने मेरे को छोड़ दिया था। वो छोटी सी थी ना 16 दिन की, उसके पापा ने मेरे को छोड़ दिया।
ਜ਼ੁਲਮ ਤੋਂ ਬਾਅਦ ਫਿਰ ਜ਼ੁਲਮ ਹੋ ਗਿਆ। ਇੰਨੀ ਜ਼ੁਲਮ ਦੀ ਇੰਤਹਾ ਹੋ ਗਈ। ਪਹਿਲੇ ਉਹਦੇ ਸ਼ੌਹਰ ਨੇ ਉਹਨੂੰ ਛੱਡ ਦਿੱਤਾ, ਬੱਚੀ ਹਲੇ 16 ਦਿਨ ਦੀ ਸੀ। ਇਸ ਤੋਂ ਵੱਡਾ ਜ਼ੁਲਮ ਕੀ ਸੀ। ਫਿਰ ਉਹਨੇ ਲੋਕਾਂ ਦੇ ਘਰ ਸਫਾਈਆਂ ਕਰਨੀਆਂ ਸ਼ੁਰੂ ਕੀਤੀਆਂ ਕਿ ਮੈਂ ਆਪਣੀ ਬੱਚੀ ਨੂੰ ਪਾਲ ਹੀ ਲਾਂਗੀ। ਆਪਣੀ ਬੱਚੀ ਵਾਸਤੇ ਉਹਨੇ ਲੋਕਾਂ ਦੇ ਭਾਂਡੇ ਮਾਂਜੇ, ਲੋਕਾਂ ਦੇ ਘਰਾਂ ਦੀਆਂ ਸਫਾਈਆਂ ਕੀਤੀਆਂ। ਲੇਕਿਨ ਉਹਨੂੰ ਕੀ ਪਤਾ ਸੀ ਕਿ ਦਰਿੰਦਾ ਉਹਦੇ ਘਰ ਹੀ ਬੈਠਾ ਏ, ਉਹਦੀ ਇੱਜ਼ਤ ਦੀ ਨਿਲਾਮੀ ਕਰਨ ਵਾਸਤੇ, ਉਹਦੀ ਇੱਜ਼ਤ ਨੂੰ ਲੁੱਟਣ ਵਾਸਤੇ। ਉਹ ਦਰਿੰਦਾ ਤੇ ਉਹਨਾਂ ਦੇ ਘਰ ਹੀ ਬਹਿ ਕੇ ਉਹਨਾਂ ਦੇ ਸ਼ਿਕਰਾ ਬਣ ਕੇ ਬੈਠਾ ਸੀ, ਜਿਨਨੇ ਦਾ ਮਾਰ ਕੇ ਤੇ ਉਹਦੀ ਬੱਚੀ ਦੀ ਇੱਜ਼ਤ ਖਰਾਬ ਕਰਕੇ ਤੇ ਉਹਨੂੰ ਦੁਨੀਆ ਤੋਂ ਰੁਖਸਤ ਕਰ ਦਿੱਤਾ। ਇਹ ਲੋਕ ਕਿਹੜੇ ਮੂੰਹ ਦੇ ਨਾਲ ਅੱਲਾ ਦੇ ਅੱਗੇ ਹਾਜ਼ਰ ਹੋਣਗੇ? ਇਹ ਲੋਕ ਕੀ ਜਵਾਬ ਦੇਣਗੇ? ਇਹਨਾਂ ਦਾ ਤੇ ਜਵਾਬ ਹੋਏਗਾ ਸੋ ਹੋਏਗਾ, ਲੇਕਿਨ ਉਸ ਮੀਡੀਆ ਦਾ ਵੀ ਪੁੱਛ ਹੋਏਗੀ ਕਿ ਜਿਨੇ ਜ਼ੁਲਮ ਨੂੰ ਵੇਖਿਆ ਤੇ ਆਵਾਜ਼ ਨਾ ਚੁੱਕੀ। ਮੇਰੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜਿਹੜਾ ਜ਼ੁਲਮ ਨੂੰ ਵੇਖੇ ਤੇ ਆਪਣੀ ਜ਼ੁਬਾਨ ਬੰਦ ਰੱਖੇ, ਕੁਛ ਬੋਲੇ ਨਾ, ਉਹਦਾ ਵੀ ਓਨਾ ਹੀ ਉਹ ਜਿਹੜਾ ਨਾ ਮੁਜਰਮ ਹੈ, ਓਨਾ ਹੀ ਸਜ਼ਾਵਾਰ ਹੈ ਜਿੰਨਾ ਜ਼ੁਲਮ ਕਰਨ ਵਾਲਾ ਵੇ। ਤੇ ਖੁਦਾਰਾ ਇਸ ਨੂੰ ਦੁਨੀਆ ਦੇ ਉੱਤੇ ਐਸਾ ਮੁਕਾਮ ਦਿਓ, ਐਸੀ ਸਜ਼ਾ ਦਿਓ, ਐਸਾ ਇਹਦਾ ਇਬਰਤਨਾਕ ਅੰਜਾਮ ਕਰੋ ਇਸ ਕੰਮ ਦਾ, ਤਾਂ ਕਿ ਆਇੰਦਾ ਕਿਸੇ ਦੀ ਧੀ ਭੈਣ ਦਾ ਇਹ ਅੰਜਾਮ ਨਾ ਹੋਵੇ। ਇੰਨੀਆਂ ਵੀਡੀਓ ਵੇਖੀ ਦੀਆਂ ਨੇ, ਕਿਸੇ ਦੀ 16 ਸਾਲ ਦੀ ਬੱਚੀ, ਕਿਸੇ ਦੀ 8 ਸਾਲ ਦੀ ਬੱਚੀ, ਕਿਸੇ ਦੇ 7 ਸਾਲ ਦਾ ਬੱਚਾ, ਕਿਸੇ ਦੀ ਇੰਨੀਆਂ ਜ਼ਿਆਦਤੀਆਂ ਵਾਲੇ ਕੇਸ ਨੇ, ਲੇਕਿਨ ਸੁਣਵਾਈ ਕਿਸੇ ਇੱਕ ਦੀ ਨਹੀਂ ਹੋਈ। ਵੀਡੀਓ ਇੰਨੀਆਂ ਆਉਂਦੀਆਂ ਨੇ, ਲੇਕਿਨ ਕਿਸੇ ਇੱਕ ਦਾ ਅੱਜ ਤੱਕ ਫੈਸਲਾ ਨਹੀਂ ਹੋਇਆ। ਉਹ ਫੈਸਲਾ ਤੁਸੀਂ ਦੁਨੀਆ ਤੇ ਨਾ ਕਰੋ, ਲੇਕਿਨ ਆਖਰਤ ਤੇ ਮੇਰਾ ਅੱਲਾ ਜ਼ਰੂਰ ਕਰੇਗਾ। ਮੇਰਾ ਅੱਲਾ ਤੇ ਇਹਨਾਂ ਨੂੰ ਦਿਖਾਏਗਾ। ਹਸ਼ਰ ਦੇ ਮੈਦਾਨ 'ਚ ਜਦੋਂ ਮੈਦਾਨ ਲੱਗਣਾ ਹੈ ਨਾ, ਉਦੋਂ ਸਭ ਦੇ ਪੋਲ ਸਾਹਮਣੇ ਖੁੱਲ੍ਹ ਜਾਣੇ ਨੇ। ਸਭ ਨੂੰ ਪਤਾ ਚੱਲ ਜਾਏਗਾ ਕਿ ਉਹ ਦੁਨੀਆ ਦੇ ਉੱਤੇ ਕੀ ਕਮਾ ਕੇ ਆਇਆ ਤੇ ਦੁਨੀਆ ਦੇ ਉੱਤੇ ਕੀ ਕਰਕੇ ਆਇਆ। ਝੂਠ ਬੋਲਣ ਲੱਗੇਗਾ ਤੇ ਜ਼ੁਬਾਨ ਬੰਦ ਹੋ ਜਾਏਗੀ। ਹੱਥਾਂ ਨੂੰ ਹੁਕਮ ਹੋ ਜਾਏਗਾ ਕਿ ਦੱਸ ਦਿਓ ਤੁਸੀਂ ਇਸ ਚੀਜ਼ ਨੂੰ ਫੜਿਆ ਸੀ ਕਿ ਨਹੀਂ। ਪੈਰਾਂ ਨੂੰ ਹੁਕਮ ਹੋ ਜਾਏਗਾ ਕਿ ਦੱਸੋ ਤੁਸੀਂ ਉੱਥੇ ਚੱਲ ਕੇ ਗਏ ਸੋ ਕਿ ਨਹੀਂ। ਤੁਹਾਡੇ ਜਿਸਮ ਦੇ ਅਜ਼ਾ ਬੋਲ ਕੇ ਦੱਸਣਗੇ ਤੇ ਉਸ ਟਾਈਮ ਕੀ ਮੁਕਾਮ ਹੋਵੇਗਾ ਤੁਹਾਡਾ। ਉਸ ਅੱਲਾ ਦੇ ਅੱਗੇ ਵੀ ਹਾਜ਼ਰ ਹੋਣਾ ਹੈ। ਇਸ ਅਦਾਲਤ ਤੋਂ ਵੱਡੀ ਵੀ ਇੱਕ ਅਦਾਲਤ ਲੱਗਣੀ ਹੈ ਤੇ ਇਸ ਅਦਾਲਤ 'ਚ ਅਗਰ ਫੈਸਲਾ ਨਹੀਂ ਨਾ ਹੈਗਾ ਤੇ ਮੈਂ ਉਹਨਾਂ ਮਾਂ ਬਾਪ ਅੱਗੇ ਕਹਾਂਗੀ ਕਿ ਤੁਸੀਂ ਤਸੱਲੀ ਰੱਖੋ, ਤੁਸੀਂ ਸਕੂਨ ਰੱਖੋ। ਅਸੀਂ ਸਾਰੇ ਤੁਹਾਡੇ ਭੈਣ ਭਰਾ ਆਵਾਜ਼ ਚੁੱਕਨੇ ਆ ਮੀਡੀਆ ਦੇ ਉੱਤੇ, ਲੇਕਿਨ ਅਗਰ ਤੁਹਾਡੀ ਇਹ ਲੋਕ ਸੁਣਵਾਈ ਨਹੀਂ ਕਰਨ ਦੇ ਤੇ ਕੋਈ ਗੱਲ ਨਹੀਂ, ਇੱਕ ਦਿਨ ਇਹਨਾਂ ਵੀ ਅੱਲਾ ਦੇ ਅੱਗੇ ਪੇਸ਼ ਹੋਣਾ ਵੇ। ਇੱਕ ਦਿਨ ਇਹਨਾਂ ਦੇ ਵੀ ਜਿਹੜੇ ਨੇ ਨਾ ਹਿਸਾਬ ਕਿਤਾਬ ਹੋਣੇ ਨੇ। ਇੱਕ ਦਿਨ ਇਹਨਾਂ ਨੂੰ ਵੀ ਪਤਾ ਚੱਲਣਾ ਕਿ ਜ਼ੁਲਮ ਤੇ ਜ਼ਿਆਦਤੀ ਨੂੰ ਦਬਾਉਣ ਵਾਲਿਆਂ ਦਾ ਕੀ ਅੰਜਾਮ ਹੁੰਦਾ ਵੇ। ਤੇ ਮੇਰੇ ਅਜ਼ੀਜ਼ੋ, ਮੈਂ ਤੇ ਆਪਣਾ ਹੱਕ ਅਦਾ ਕੀਤਾ। ਉਸ ਮਾਂ ਦੀ ਆਵਾਜ਼ ਜਿਹੜੀ ਕੋਈ ਨਹੀਂ ਸੀ ਸੁਣਦਾ ਪਿਆ, ਅਗਰ ਅਸੀਂ ਲੋਕ ਨਹੀਂ ਆਵਾਜ਼ ਚੁੱਕਾਂਗੇ, ਕਿਉਂਕਿ ਮੈਂ ਵੀ ਇੱਕ ਦਿਲ ਰੱਖਣੀ ਆ, ਮੈਂ ਵੀ ਇੱਕ ਮਾਂ ਵਾਂ। ਹਰ ਔਰਤ ਜਿਹੜੀ ਹੈ ਦਿਲ ਰੱਖਣ ਵਾਲੀ, ਹਰ ਮਰਦ ਜਿਹੜਾ ਦਿਲ ਰੱਖਣ ਵਾਲਾ, ਦਿਲ ਕੰਬ ਗਏ ਨੇ ਇਸ ਵੀਡੀਓ ਨੂੰ ਵੇਖ ਕੇ। ਯਕੀਨ ਕਰੋ, ਜਾਨਵਰ ਵੀ ਜਿਹੜੇ ਨੇ ਨਾ, ਉਹ ਵੀ ਸ਼ਾਇਦ ਆਪਣੇ ਏਡੇ ਏਡੇ ਬੱਚਿਆਂ ਦੇ ਉੱਤੇ ਜ਼ੁਲਮ ਨਾ ਕਰਦੇ ਹੋਣ। ਜਾਨਵਰ ਵੀ ਆਪਸ ਦੇ ਵਿੱਚ ਇਹੋ ਜਿਹਾ ਉਹ ਵੀ ਅਮਲ ਨਾ ਕਰਦੇ ਹੋਣ। ਜਿਹੜੇ ਇਨਸਾਨ ਜਿਹੜੇ ਨੇ ਨਾ, ਉਸ ਤੋਂ ਵੱਧ ਹੋ ਗਏ ਨੇ। ਇਨਸਾਨ ਤੋਂ ਵੱਡਾ ਮੇਰਾ ਖਿਆਲ ਹੈ ਜਾਨਵਰ ਵੀ ਕੋਈ ਨਹੀਂ ਹੈਗਾ। ਅੱਲਾਹ ਤਾਲਾ ਨੇ ਤੇ ਇਹਨੂੰ ਅਸ਼ਰਫੁਲ ਮਖਲੂਕਾਤ ਬਣਾਇਆ ਸੀ, ਲੇਕਿਨ ਇਹਨੇ ਜ਼ਲਾਲਤ 'ਚ, ਇਹਨੇ ਕਮੀਨਗੀ 'ਚ, ਇਹਨੇ ਜ਼ੁਲਮ ਦੇ ਵਿੱਚ ਇਨਸਾਨੀਅਤ ਦਾ ਮੂੰਹ ਹੀ ਕਾਲਾ ਕਰ ਛੱਡਿਆ ਵੇ। ਮੈਨੂੰ ਇਸ ਵੀਡੀਓ ਦੇ ਉੱਤੇ ਅਲਫਾਜ਼ ਨਹੀਂ ਮਿਲਦੇ ਪਏ ਕਿ ਮੈਂ ਐਸੇ ਕੈਸੇ ਅਲਫਾਜ਼ ਬੋਲਾਂ ਕਿ ਮੇਰੀ ਵੀਡੀਓ ਜਿਹੜੀ ਹੈ ਉੱਡ ਕੇ ਤੇ ਮਰੀਮ ਨਵਾਜ਼ ਸ਼ਰੀਫ ਦੇ ਕੋਲ ਚਲੀ ਜਾਵੇ ਤੇ ਜਿਹੜੀ ਉਹਦਾ ਵੀ ਦਿਲ ਕੰਬ ਕੇ ਰਹਿ ਜਾਵੇ, ਕਿਉਂਕਿ ਉਹ ਵੀ ਇੱਕ ਮਾਂ ਵੇ, ਕਿਉਂਕਿ ਉਹਨੇ ਵੀ ਬੱਚੇ ਪੈਦਾ ਕੀਤੇ। ਅਗਰ ਉਹਦੀਆਂ ਬੇਟੀਆਂ ਵੀ ਨੇ ਤੇ ਉਹ ਸੋਚੇ ਇਸ ਮਾਂ ਦਾ ਕੀ ਅਸਰ ਨਸ਼ਰ ਹੁੰਦੇ ਹੈ। ਮਰੀਮ ਨਵਾਜ਼ ਅੱਗੇ ਇੱਕ ਅਪੀਲ ਹੈ ਕਿ ਇਹਨਾਂ ਦੇ ਜਿਹੜੇ ਬੱਚੇ ਦਾ ਰੈਪ ਕਰਦੇ ਨੇ, ਜਿਹੜੇ ਬੱਚਿਆਂ ਨਾਲ ਜ਼ਿਆਦਤੀ ਕਰਦੇ ਨੇ, ਜਿਨਸੀ ਜ਼ਿਆਦਤੀ ਦੀ ਐਸੀ ਸਜ਼ਾ ਰੱਖੀ ਜਾਏ ਤਾਂ ਕਿ ਜਿਹੜੇ ਕਰਦੇ ਨੇ ਉਹ ਵੀ ਤੇ ਜਿਹੜੇ ਨਹੀਂ, ਜਿਨ੍ਹਾਂ ਦੇ ਜ਼ਿਹਨ ਯਾਨੀ ਕਿ ਅਗਰ ਇਸ ਪਾਸੇ ਬਣੇ ਹੁੰਦੇ ਨੇ, ਉਹ ਉਸ ਸਜ਼ਾ ਨੂੰ ਸੁਣ ਕੇ ਵੀ ਤੇ ਘਟ ਜਾਣ, ਤਾਂ ਕਿ ਇਹਨਾਂ ਨੂੰ ਸਰੇਆਮ ਚੌਂਕਾਂ ਦੇ ਵਿੱਚ ਜਿਹੜਾ ਨਾ ਸਜ਼ਾ ਦਿੱਤੀ ਜਾਵੇ, ਤਾਂ ਕਿ ਲੰਘਦੇ ਆਉਂਦੇ ਜਾਂਦੇ ਸਾਰੇ ਲੋਕ ਵੇਖਣ ਤੇ ਉਹਨਾਂ ਦੇ ਵੀ ਕੰਨ ਖੜੇ ਹੋ ਜਾਣ ਕਿ ਅਸੀਂ ਇਹ ਕੰਮ ਦੂਰ ਦੂਰ ਤੱਕ ਨਾ ਕਰਨਾ ਹੈ ਤੇ ਜਿਹੜੇ ਕਰਦੇ ਵੀ ਨੇ ਉਹਨਾਂ ਨੂੰ ਵੀ ਮਨਾ ਕਰਨਾ ਹੈ। ਤੇ ਬਸ ਇਹ ਅਪੀਲ ਹੈ, ਇੱਕ ਦਰਖਾਸਤ ਹੈ, ਕਿਉਂਕਿ ਇਹ ਵਕਤ ਦੇ ਹਾਕਮ ਨੇ, ਕਿਉਂਕਿ ਇਹਨਾਂ ਦੀਆਂ ਹੁਕਮਰਾਨੀਆਂ ਚੱਲਦੀਆਂ ਪਈਆਂ ਨੇ। ਆਪਣਾ ਹੀ ਨਾ ਸੋਚੋ, ਆਵਾਮ ਦਾ ਵੀ ਸੋਚੋ ਕਿ ਆਵਾਮ ਦੇ ਵਿੱਚ ਕਿਹੜੀ ਚੀਜ਼ ਹੈ ਜਿਹੜੀ ਦਿਨ ਬਾ ਦਿਨ ਵੱਧਦੀ ਜਾਂਦੀ ਹੈ,
ਕਿਹੜੇ ਕ੍ਰਾਈਮ ਨੇ, ਕਿਹੜੇ ਜੁਰਮ ਨੇ ਜਿਹੜੇ ਦਿਨ ਬ ਦਿਨ ਵੱਧਦੇ ਜਾਂਦੇ ਨੇ, ਉਹਨਾਂ 'ਤੇ ਕੰਟਰੋਲ ਪਾਓ। ਨਹੀਂ ਤਾਂ ਕੋਈ ਘਰ ਐਸਾ ਨਹੀਂ ਬਚਣਾ ਜਿਹਦੇ ਵਿੱਚ ਇਹ ਜ਼ੁਲਮ ਜ਼ਿਆਦਤੀ ਨਾ ਹੋ ਸਕੇ। ਅੱਲਾ ਦੇ ਵਾਸਤੇ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਅੱਲਾ ਦੇ ਵਾਸਤੇ ਇਸ ਵੀਡੀਓ ਨੂੰ ਉੱਥੋਂ ਤੱਕ ਪਹੁੰਚਾਓ ਤਾਂ ਕਿ ਹੁਕਮਰਾਨਾਂ ਤੱਕ ਪਹੁੰਚੇ, ਤਾਂ ਕਿ CCD ਤੱਕ ਇਹ ਵੀਡੀਓ ਪਹੁੰਚੇ, ਤਾਂ ਕਿ ਮਰੀਮ ਨਵਾਜ਼ ਤੱਕ ਇਹ ਵੀਡੀਓ ਪਹੁੰਚੇ। ਇਹ ਸਾਡੀ ਆਵਾਜ਼ ਅਗਰ ਉਹਨਾਂ ਤੱਕ ਪਹੁੰਚ ਗਈ ਔਰ ਅਗਰ ਮੁਜਰਮਾਂ ਨੂੰ ਉਹਨਾਂ ਦੀ ਸਜ਼ਾ ਮਿਲ ਗਈ ਤੇ ਅਸੀਂ ਸਮਝਾਂਗੇ ਸਾਡਾ ਹੱਕ ਅਦਾ ਹੋ ਗਿਆ। ਤੇ ਅੱਲਾ ਕਰੇ ਇਹਨਾਂ ਤੱਕ ਇਹ ਆਵਾਜ਼ ਪਹੁੰਚੇ, ਮੇਰੀ ਨਹੀਂ ਕਿਸੇ ਹੋਰ ਦੀ ਨਹੀਂ ਤੇ ਕਿਸੇ ਹੋਰ ਦੀ, ਕਿਉਂਕਿ ਬਹੁਤ ਮੀਡੀਆ ਤੇ ਕੰਮ ਕਰਨ ਵਾਲੇ ਲੋਕ ਨੇ। ਜਦੋਂ ਵੀ ਕੋਈ ਐਸਾ ਜ਼ੁਲਮ ਜ਼ਿਆਦਤੀ ਹੁੰਦੀ ਏ ਤੇ ਯਕੀਨ ਕਰੋ ਹਰ ਕੋਈ ਅਲਰਟ ਹੋ ਜਾਂਦਾ ਹੈ, ਹਰ ਕੋਈ ਫਿਕਰਮੰਦ ਹੋ ਜਾਂਦਾ ਹੈ। ਹਰ ਇੱਕ ਨੂੰ ਹੁੰਦਾ ਕਿ ਇਹਦੀ ਵੀਡੀਓ ਜਿਹੜੀ ਹੈ ਨਾ ਪਹੁੰਚਾਈ ਜਾਏ, ਮੀਡੀਆ ਦੇ ਉੱਤੇ ਚੜਾਈ ਜਾਏ ਤਾਂ ਕਿ ਕਿਸੇ ਤੱਕ ਇਹਦੀ ਆਵਾਜ਼ ਪਹੁੰਚੇ, ਕੋਈ ਇਹਨੂੰ ਜਿਹੜਾ ਨਾ ਸਜ਼ਾਵਾਰ ਠਹਿਰਾਏ, ਕੋਈ ਇਹਨਾਂ ਨੂੰ ਇਬਰਤ ਦਾ ਨਿਸ਼ਾਨ ਬਣਾਏ, ਇਹਨਾਂ ਨੂੰ ਐਸੀ ਇਬਰਤਨਾਕ ਸਜ਼ਾ ਦਿੱਤੀ ਜਾਏ ਤਾਂ ਕਿ ਆਉਣ ਵਾਲੀਆਂ 7 ਪੁਸ਼ਤਾਂ 7 ਨਸਲਾਂ ਨੂੰ ਯਾਦ ਰੱਖਣ ਕਿ ਤਾਂ ਕਿ ਆਇੰਦਾ ਇਹੋ ਜਿਹਾ ਕੋਈ ਜੁਰਮ ਨਹੀਂ ਕਰਨਾ, ਕੋਈ ਜ਼ਿਆਦਤੀ ਨਹੀਂ ਕਰਨੀ। ਕਿਉਂਕਿ ਜਦ ਤੱਕ ਇਹਦੀ ਰੋਕਥਾਮ ਨਹੀਂ ਹੋਏਗੀ ਇਹ ਕੰਮ ਵੱਧਦਾ ਹੀ ਜਾਂਦਿਆ ਵੇ। ਕਿਉਂਕਿ ਇੱਕ ਵੀਡੀਓ ਮੈਂ ਇਸ ਤੋਂ ਪਹਿਲੇ ਵੀ ਬਣਾਈ ਸੀ, ਉਸ ਤੋਂ ਬਾਅਦ ਵੀ ਕਾਫੀ ਸਾਰੀ ਵੀਡੀਓ ਆਈਆਂ ਐਸੀਆਂ, ਕਿਸੇ ਬੱਚੀ ਦਾ ਰੈਪ ਹੋ ਰਿਹਾ, ਕਿਸੇ ਬੱਚੇ ਦੇ ਨਾਲ ਜਿਨਸੀ ਜ਼ਿਆਦਤੀ ਹੋ ਰਹੀ ਹੈ ਤੇ ਲੇਕਿਨ ਹੁਣ ਵੀ ਯਕੀਨ ਕਰੋ ਨਹੀਂ ਰਿਹਾ ਗਿਆ ਤੇ ਅਖੀਰ ਵੀਡੀਓ ਬਣਾਉਣੀ ਪਈ ਕਿ 1.5 ਸਾਲ ਦੀ ਬੱਚੀ, ਯਕੀਨ ਕਰੋ ਹਲੇ ਸਹੀ ਤਰ੍ਹਾਂ ਬੋਲਣਾ ਵੀ ਨਹੀਂ ਸਿੱਖਦੀ। ਐਸੀਆਂ ਬੱਚੀਆਂ ਤੇ ਹਲੇ ਮਦਰ ਫੀਡ ਤੇ ਹੁੰਦੀਆਂ ਨੇ, ਐਸੀਆਂ ਬੱਚੀਆਂ ਤੇ ਜਿਹੜੀਆਂ ਹਲੇ ਮਸਾਂ ਤੁਰਨਾ ਹੀ ਸਿੱਖਦੀਆਂ ਨੇ, ਉਂਗਲੀ ਫੜ ਕੇ ਤੇ ਮਾਂ-ਬਾਪ ਉਹਨਾਂ ਨੂੰ ਚਲਾਉਂਦੇ ਨੇ। ਮਾਂ-ਬਾਪ ਦੇ ਕਈ ਖ਼ਾਬ ਹੁੰਦੇ ਨੇ। ਇਹ ਔਰਤ ਦਾ ਵਾਹਦ ਜ਼ਰੀਆ ਸੀ, ਇਸ ਔਰਤ ਦੀ ਵਾਹਦ ਦੇ ਬੱਚੀ ਸੀ, ਇਕੱਲੀ ਬੱਚੀ ਸੀ, ਉਹਦੇ ਤੇ ਸ਼ੋਹਰ ਨੇ ਵੀ ਉਹਨੂੰ ਛੱਡ ਦਿੱਤਾ। ਪਹਿਲਾ ਜ਼ੁਲਮ ਤੇ ਉਹਨੇ ਹੀ ਕੀਤਾ ਇਹਦੇ ਉੱਤੇ ਕਿ ਉਹਨੇ ਇਹਨੂੰ ਛੱਡ ਦਿੱਤਾ। 16 ਦਿਨ ਦੀ ਬੱਚੀ ਪੈਦਾ ਆਪਣੀ ਕਰਕੇ ਤੇ ਉਹਨੇ ਉਹਨੂੰ ਛੱਡ ਦਿੱਤਾ ਤੇ ਫਿਰ ਮੁੜ ਕੇ ਉਸ ਦਰਿੰਦੇ ਨੇ ਉਹਦਾ ਵੀ ਕੰਮ ਤਮਾਮ ਕਰ ਦਿੱਤਾ। ਮਾਂ ਵਿਲਕ ਵਿਲਕ ਕੇ ਰੋ ਕੇ ਦੁਹਾਈਆਂ ਦੇਂਦੀ ਏ, ਉਹਦੇ ਕੱਪੜੇ ਸੀਨੇ ਨਾਲ ਲਾਉਂਦੀ ਏ, ਉਹਦੀਆਂ ਜੁੱਤੀਆਂ ਨੂੰ ਚੁੰਮਦੀ ਏ। ਉਹ ਜ਼ਾਹਰੀ ਬਾਤ ਹੈ ਜਿੰਨੀ ਦੇਰ ਤੱਕ ਇਹਨੂੰ ਇਨਸਾਫ ਨਹੀਂ ਮਿਲਣਾ ਉਹਨੂੰ ਸਕੂਨ ਨਹੀਂ ਆਉਣਾ। ਉਹ ਉਹਦੇ ਕੱਪੜੇ ਵੇਖ ਕੇ ਰੋਜ਼ ਜੀਏਗੀ, ਰੋਜ਼ ਮਰੇਗੀ, ਕਿਉਂਕਿ ਬੱਚੇ ਦੀਆਂ ਚੀਜ਼ਾਂ ਸਾਰੀਆਂ ਘਰ 'ਚ ਹੁੰਦੀਆਂ ਨੇ। ਮਾਂ ਨੂੰ ਹੁੰਦਾ ਕਿ ਮੈਂ ਜੋ ਵੀ ਹੋਵੇ ਆਪਣੇ ਬੱਚੇ ਵਾਸਤੇ ਆਪਣਾ ਆਪ ਵੀ ਵੇਚ ਕੇ ਨਾ ਮਾਂ ਤੇ ਆਪਣੇ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕਰਦੀ ਏ। ਤੇ ਉਹਨੇ ਵੀ ਲੋਕਾਂ ਦੇ ਘਰਾਂ ਦੇ ਕੰਮ ਕੀਤੇ, ਲੋਕਾਂ ਦੇ ਭਾਂਡੇ ਮਾਂਜੇ, ਲੋਕਾਂ ਦੇ ਝੂਠ ਮੀਟ ਖਾ ਕੇ ਤੇ ਉਹਨੇ ਆਪਣੇ ਬੱਚੇ ਦੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਹੋਣਗੀਆਂ, ਉਹਦੇ ਵਾਸਤੇ ਖਿਡੌਣੇ ਵੀ ਲਿਆਂਦੇ ਹੋਣਗੇ। ਹਰ ਉਹ ਚੀਜ਼ ਹੁਣ ਉਹਨੂੰ ਅਜ਼ੀਅਤ ਦੇਵੇਗੀ ਜਿਹੜੀ ਉਹਨੇ ਤਕਲੀਫ ਦੇ ਨਾਲ ਆਪਣੀ ਬੱਚੀ ਵਾਸਤੇ ਖਰੀਦੀ ਤੇ ਉਹਦੀ ਬੱਚੀ ਨੂੰ ਜਿਹੜਾ ਨਾ ਉਹਨਾਂ ਨੇ ਜਿੰਦਾ ਦਰਗੋਰ ਕਰ ਦੇਣ ਵਾਲਾ ਹਾਲ ਹੈ। ਇਹੋ ਜਿਹੇ ਦਰਿੰਦਿਆਂ ਦੇ ਨਾਲ ਇਹੋ ਜਿਹਾ ਹੀ ਅੰਜਾਮ ਹੋਵੇ। CCD ਅੱਗੇ ਵੀ ਅਪੀਲ ਹੈ ਤੇ ਮਰੀਮ ਨਵਾਜ਼ ਅੱਗੇ ਵੀ ਅਪੀਲ ਹੈ। ਮੇਰੇ ਲਫ਼ਜ਼ ਬਾਰ-ਬਾਰ ਦੁਹਰਾਉਣ ਦਾ ਇੱਕ ਹੀ ਮਕਸਦ ਹੈ ਕਿ ਇਹ ਵੀਡੀਓ ਜਿਹੜੀ ਹੈ ਇਹਨਾਂ ਤੱਕ ਪਹੁੰਚੇ, ਇਹਨਾਂ ਦੀ ਗੈਰਤ ਜਾਗੇ ਤੇ ਇਹਨਾਂ ਨੂੰ ਜਿਹੜਾ ਨਾ ਇਸ ਮੁਜਰਮਾਂ ਨੂੰ ਇਹਨਾਂ ਨੂੰ ਇਬਰਤ ਦਾ ਨਿਸ਼ਾਨ ਬਣਾਉਣ, ਇਹਨਾਂ ਨੂੰ ਚੌਂਕਾਂ ਦੇ ਵਿੱਚ ਖਿਲਾਰ ਕੇ ਸਜ਼ਾ ਦੇਣ ਤਾਂ ਕਿ ਸਾਰੀ ਦੁਨੀਆ ਦੇ ਨਾਲ ਉਹ ਦੁਨੀਆ ਵੇਖੇ ਇਹਨਾਂ ਨੂੰ ਤੇ ਇਬਰਤ ਹਾਸਲ ਕਰੇ ਤਾਂ ਕਿ ਆਇੰਦਾ ਜਿਹੜਾ ਵੇ ਇਹ ਜਿਹੜੇ ਨੇ ਨਾ ਜੁਰਮ ਇਹ ਘਟ ਜਾਣ। ਆਇੰਦਾ ਮੀਡੀਆ 'ਚ ਇਹੋ ਜਿਹੀ ਕੋਈ ਵੀਡੀਓ ਨਾ ਆਏ ਕਿ ਇੰਨੇ ਸਾਲ ਦੀ ਬੱਚੀ ਦੇ ਨਾਲ ਜਿਨਸੀ ਜ਼ਿਆਦਤੀ ਹੋ ਗਈ, ਇੰਨੇ ਸਾਲ ਦੀ। ਇੰਨੀ ਸ਼ਰਮ ਹੀ ਮੁੱਕ ਗਈ ਹੈ, ਹਯਾ ਹੀ ਮੁੱਕ ਗਈ ਹੈ ਕਿ ਅਸੀਂ ਇਸਲਾਮ ਤੋਂ ਕਿੰਨਾ ਦੂਰ ਹੋ ਗਏ ਹਾਂ। ਗੈਰ ਮੁਸਲਮਾਂ ਦੀਆਂ ਕਦੀ ਇਹੋ ਜਿਹੀਆਂ ਵੀਡੀਓ ਤੁਸੀਂ ਮੀਡੀਆ 'ਤੇ ਵੇਖੀਆਂ ਨੇ? ਗੈਰ ਮੁਸਲਿਮ ਜਿਹੜੇ ਨੇ ਉਹ ਵੀ ਨਹੀਂ ਇਹੋ ਜਿਹੇ ਕੰਮ ਕਰਦੇ। ਅਸੀਂ ਮੁਸਲਮਾਨ ਹੋ ਕੇ ਕਾਹਦੇ ਅਸੀਂ ਮੁਸਲਮਾਨ ਆ, ਸਾਡੇ 'ਚ ਇਨਸਾਨੀਅਤ ਹੀ ਨਹੀਂ ਹੈ। ਕਾਹਦੀ ਮੁਸਲਮਾਨੀਅਤ ਹੈ ਸਾਡੇ ਵਿੱਚ ਕਿ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਸਾਡਾ ਜੋੜ ਵੀ ਹੈ ਕਿ ਨਹੀਂ ਹੈ। ਜੋੜੇ ਹਮੇਸ਼ਾ ਜੋੜਿਆਂ ਨਾਲ ਸੱਜਦੇ ਨੇ। ਅਗਰ ਸ਼ਾਦੀ ਵਾਲੇ ਪਾਸੇ ਲੈ ਕੇ ਆਓ ਨਾ ਤੇ ਮਾਵਾਂ ਕਹਿਣਗੀਆਂ ਨਹੀਂ ਹਲੇ ਬੜਾ ਛੋਟਾ ਹੈ ਬੱਚਾ, ਇਹਦੀ ਸ਼ਾਦੀ ਨਹੀਂ ਕਰਨੀ। ਤੇ ਲੇਕਿਨ ਇਹੋ ਜਿਹੇ ਜ਼ਿਆਦਤੀ ਕਰਨ ਵਾਸਤੇ ਨਾ ਉਹਨਾਂ ਨੂੰ ਬਿਲਕੁਲ ਛੋਟੀਆਂ ਬੱਚੀਆਂ ਵੀ ਜਿਹੜੀਆਂ ਨੇ ਨਾ ਉਹ ਵੀ ਲੱਭ ਜਾਂਦੀਆਂ ਨੇ।
ਖੁਦਾਰਾ ਉਸ ਮਾਂ ਬਾਪ ਅੱਗੇ ਵੀ ਅਪੀਲ ਹੈ ਕਿ ਜਦੋਂ ਤੁਹਾਡੇ ਬੱਚੇ ਥੋੜ੍ਹਾ ਜਿਹਾ ਸਿਰ ਚੁੱਕਣ ਲੱਗਣ ਤਾਂ ਉਹਨਾਂ ਦੀਆਂ ਸ਼ਾਦੀਆਂ ਕਰ ਲਓ। ਡਿਮਾਂਡਾਂ ਨਾ ਰੱਖੋ ਕਿ ਕੁੜੀ ਦਾ ਕੱਦ ਕਿੱਡਾ ਹੈ, ਕੁੜੀ ਦੀ ਜਿਹੜੀ ਹੈ ਹਾਈਟ ਕਿੱਡੀ ਹੈ, ਕੁੜੀ ਜਿਹੜੀ ਹੈ ਮੋਟੀ ਹੈ ਪਤਲੀ ਹੈ, ਕੁੜੀ ਜਿਹੜੀ ਹੈ ਕਿੰਨਾ ਪੜ੍ਹੀ ਹੈ। ਤੁਹਾਡੇ ਮੁੰਡੇ 'ਤੇ ਜ਼ਿਆਦਤੀਆਂ ਕਰਨ ਲੱਗਿਆਂ ਇਹ ਵੀ ਨਹੀਂ ਵੇਖਦੇ ਕਿ ਉਹ ਚੂੜੀ ਹੈ ਕਿ ਮੁਸਲਮਾਨ ਹੈ। ਅਤੇ ਜਦੋਂ ਜ਼ਿਆਦਤੀ ਕਰਨ ਲੱਗਿਆਂ ਉਹਨਾਂ ਨੂੰ ਨਾ ਛੋਟੀ ਨਜ਼ਰ ਆਉਂਦੀ ਹੈ ਨਾ ਵੱਡੀ ਨਜ਼ਰ ਆਉਂਦੀ ਹੈ, ਅਤੇ ਤੁਸੀਂ ਮਾਂ ਬਾਪ ਉਹਨਾਂ ਵਾਸਤੇ ਕਿਹੜੀਆਂ ਹੂਰਾਂ ਲੱਭਦੇ ਫਿਰਦੇ ਜੇ। ਤੁਸੀਂ ਵੀ ਉਹਨਾਂ ਨੂੰ ਉਹਨਾਂ ਦੀ ਔਕਾਤ ਦੇ ਮੁਤਾਬਕ ਕੁੜੀਆਂ ਲਿਆ ਕੇ ਦਿਓ ਤਾਂ ਕਿ ਉਹਨਾਂ ਦੀ ਹਵਸ ਆਪਣੀਆਂ ਔਰਤਾਂ ਦੇ ਨਾਲ ਪੂਰੀ ਹੋ ਸਕੇ, ਤਾਂ ਕਿ ਉਹ ਆਪਣੀਆਂ ਬੀਵੀਆਂ ਦੇ ਨਾਲ ਉਹ ਸ਼ਰਈ ਕੰਮ ਕਰ ਸਕਣ। ਲੇਕਿਨ ਇਸ ਤਰ੍ਹਾਂ ਦਾ ਜ਼ਿਆਦਤੀ ਜ਼ੁਲਮ ਕਿਸੇ ਦੀ ਮਾਂ ਭੈਣ ਧੀ ਦੇ ਨਾਲ ਨਾ ਕਰ ਸਕਣ। ਇਸ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰੋ, ਇੰਨਾ ਕੁ ਸ਼ੇਅਰ ਕਰੋ ਤਾਂ ਕਿ CCD ਤੱਕ ਪਹੁੰਚ ਜਾਵੇ, ਤਾਂ ਕਿ ਮਰੀਮ ਨਵਾਜ਼ ਤੱਕ ਪਹੁੰਚ ਜਾਵੇ ਅਤੇ ਉਹ ਇਸ ਮਾਮਲੇ ਦੇ ਉੱਤੇ ਭਰਪੂਰ ਐਕਸ਼ਨ ਲਵੇ ਅਤੇ ਸਜ਼ਾਵਾਰ ਇਹਨਾਂ ਨੂੰ ਨਾ ਠਹਿਰਾਵੇ, ਨਾ ਇਹਨਾਂ ਨੂੰ ਅਦਾਲਤਾਂ ਤੱਕ ਭੇਜੇ। ਇਹਨਾਂ ਦਾ ਫੌਰੀ ਜਿਹੜਾ ਹੈ ਨਾ ਇਹਨਾਂ ਦਾ ਰੱਦੇ ਅਮਲ ਜਿਹੜਾ ਨਾ ਉਹ ਸਾਹਮਣੇ ਲਿਆਵੇ। ਇਹਨਾਂ ਨੂੰ ਸਜ਼ਾ ਉਸੇ ਟਾਈਮ ਦੇ ਦਿੱਤੀ ਜਾਵੇ ਜਿਵੇਂ ਸਊਦੀ ਅਰਬ ਦੇ ਵਿੱਚ ਚੋਰੀ ਕਰਨ ਵਾਲੇ ਦੇ ਹੱਥ ਕੱਟ ਦਿੱਤੇ ਜਾਂਦੇ ਨੇ, ਗਰਦਨ ਉਡਾ ਦਿੱਤੀ ਜਾਂਦੀ ਹੈ। ਅਤੇ ਇਸ ਇਸਲਾਮੀ ਮੁਲਕ ਹੈ, ਇਹਦੇ ਵਿੱਚ ਵੀ ਐਸਾ ਕੋਈ ਕਾਨੂੰਨ ਕੱਢੋ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਗਰਦਨਾਂ ਜਿਹੜੀਆਂ ਨਾ ਤਣੀਆਂ ਹੁੰਦੀਆਂ ਨੇ ਇਹਨਾਂ ਦੀਆਂ ਵੀ ਝੁਕਣ, ਤਾਂ ਕਿ ਜਿਹੜੇ ਇਹਨਾਂ ਦੇ ਹੱਥ ਇਹਨਾਂ ਮਾਸੂਮ ਕਲੀਆਂ ਨੂੰ ਮਸਲਣ ਲਈ ਫੜਨ ਲਈ ਅੱਗੇ ਹੁੰਦੇ ਨੇ, ਇਹਨਾਂ ਦੇ ਹੱਥ ਕੱਟੋ। ਇਹਨਾਂ ਦੇ ਉਹ ਕੀੜੇ ਕੱਢੋ ਜਿਹੜੇ ਇਹਨਾਂ ਨੂੰ ਟਿਕਣ ਨਹੀਂ ਦਿੰਦੇ, ਅਤੇ ਇਹਨਾਂ ਦੇ ਉਹ ਹਿੱਸੇ ਹੀ ਉਤਾਰ ਦੇਵੋ ਜਿਹੜੇ ਇਹਨਾਂ ਨੂੰ ਸਕੂਨ ਨਹੀਂ ਲੈਣ ਦਿੰਦੇ। ਇਹ ਵੀਡੀਓ ਸ਼ੇਅਰ ਕਰਕੇ ਅਤੇ ਤੁਸੀਂ ਵੀ ਸਵਾਬ ਦੇ ਮੁਸਤਹਿਕ ਬਣੋ, ਕਿਉਂਕਿ ਇਹ ਆਵਾਜ਼ ਮੇਰੀ ਇਕੱਲੀ ਦੀ ਆਵਾਜ਼ ਨਹੀਂ, ਇਹ ਤਮਾਮ ਉਸ ਆਵਾਮ ਦੀ ਆਵਾਜ਼ ਹੋਏਗੀ ਜਿਹੜੀ ਇਹਦੇ ਵਿੱਚ ਹਿੱਸਾ ਪਾਏਗੀ, ਇਹਨੂੰ ਸ਼ੇਅਰ ਕਰੇਗੀ। ਅਤੇ ਆਪਣੇ ਕਮੈਂਟ 'ਚ ਦੱਸਣਾ ਕਿ ਆਇਆ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਤੁਹਾਡੇ ਦਿਲ ਦੀਆਂ ਸਨ ਜਿਹੜੀਆਂ ਮੈਂ ਕਹਿਤੀਆਂ ਨੇ, ਅਤੇ ਜਾਂ ਮੇਰੀ ਇਕੱਲੀ ਦੇ ਦਿਲ ਦੇ ਵਿੱਚ ਇੰਨਾ ਕੁ ਜਜ਼ਬਾ ਆਇਆ ਕਿ ਮੈਂ ਇਹ ਵੀਡੀਓ ਬਣਾਈ। ਵੀਡੀਓ ਨੂੰ ਐਂਡ ਤੱਕ ਵੇਖਣ ਦਾ ਬਹੁਤ ਸ਼ੁਕਰੀਆ। ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜਜ਼ਾਕ ਅੱਲਾਹੁ ਖੈਰ। ਅਸਲਾਮੁ ਅਲੈਕੁਮ ਵਰਹਿਮਤੁல்லாਹਿ ਵਬਰਕਾਤੁਹੂ।